ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਕਾਹਨ ਸਿੰਘ ਨਾਭਾ ਜੀ ਦੀ ਰਚਨਾ ਹਮ ਹਿੰਦੂ ਨਹੀਂ, ਭਾਗ ਪੰਜਵਾਂ। ਸਿੱਖ ਧਰਮ ਵਿੱਚ ਕੇਵਲ ਵਾਹਿਗੁਰੂ ਹੀ ਇਸ਼ਟ ਹੈ ਔਰ ਉਸੇ ਦੀ ਉਪਾਸਨਾ ਦਾ ਉਪਦੇਸ਼ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪਜੀ ਸਾਹਿਬ ਪੰਨਾ ਪਹਿਲਾ। ਏਕੋ ਜਪ ਏਕੋ ਸਾਲਾਏ, ਏਕ ਸਿਮਰ ਏਕੋ ਮਨ ਆਏ। ਏਕ ਸਕੇ ਗੁਣ ਗਾਉ ਅਨੰਤ, ਮਾਨ ਤਨ ਜਾਪ ਏਕ ਭਗਵੰਤ। ਏਕੋ ਏਕ ਏਕ ਹਰਿ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ। ਅਨਕ ਵਿਸਥਾਰ ਏਕ ਤੇ ਭਏ, ਏਕ ਅਰਾਧ ਪੁਰਾਚਿਤ ਗਏ। ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇਕ ਜਾਤਾ। ਗੌੜੀ ਸੁਖਮਨੀ ਮਹਲਾ ਪੰਜਵਾਂ ਪੰਨਾ 299। ਰਾਜ ਤੇ ਕੀਟ ਕੀਟ ਤੇ ਸੁਰਪਤ, ਕਰ ਦੋਖ ਜਠਰ ਕੋ ਭਰਤੇ। ਕਿਰਪਾ ਨਿਧ ਛੋੜ ਆਨ ਕੋ ਪੂਜੈ, ਆਤਮ ਘਾਤੀ ਹਰਤੇ। ਹਰ ਬਿਸਰਤ ਤੇ ਦੁਖ ਦੁਖ ਮਰਤੇ, ਅਨਕ ਬਾਰ ਬ੍ਰਹਮੇ। ਬਹੁ ਜੋਨੀ ਟੇਕ ਨ ਕਾਹੂ ਧਰਤੇ। ਰਹਾਉ ਤਿਆਗ ਸੁਆਮੀ ਆਨ ਕੋ ਚਿਤਵਤ, ਮੂੜ ਮੁਗਧ ਖਲ ਖਰਤੇ। ਕਾਗਰ ਨਾਮ ਲੰਘੈ ਕਤ, ਸਾਗਰ ਬ੍ਰਿਥਾ ਕਬ ਕਥਤ ਹਮ ਤਰਤੇ। ਸ਼ਿਵ ਬਿਰੰਚ ਅਸੁਰ ਸੁਰ ਜੇਤੇ, ਕਾਲ ਅਗਨ ਮੈਂ ਜਰਤੇ। ਨਾਨਕ ਸ਼ਰਨ ਚਰਨ ਕਮਲਨ ਕੀ, ਤੁਮ ਨਾ ਡਾਰੋ ਪ੍ਰਭ ਕਰਤੇ। ਮਲਾਰ ਮਹਲਾ ਪੰਜਵਾਂ ਪੰਨਾ 1267। ਬ੍ਰਹਮਾਦਿਕ ਸ਼ਿਵ ਛੰਦ ਮੁਨੀਸੁਰ, ਰਸਕ ਰਸਕ ਠਾਕੁਰ ਗੁਣ ਗਾਵਤ। ਇੰਦਰ ਮੁਨਿੰਦਰ ਖੋਜਤੇ ਗੋਰਖ, ਧਰਨ ਗਗਨ ਆਵਤ ਹੁਨ ਧਾਵਤ। ਸਿੱਧ ਮਨੁੱਖ ਦੇਵ ਅਰ ਦਾਨਵ, ਇਕ ਤਿਲ ਤਾ ਕੋ ਮਰਮ ਨਾ ਪਾਵਤ। ਪ੍ਰਿਯ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ, ਹਰ ਜਨਤਾ ਕੈ ਦਰਸ਼ ਸਮਾਵਤ। ਤਿਸੈ ਤਿਆਗ ਆਨ ਕਉ ਜਾਚੈ, ਮੁਖ ਦੰਤ ਰਸਨ ਸਗਲ ਕਸ ਜਾਵਤ। ਰੇ ਮਨ ਮੂੜ ਸਿਮਰ ਸੁਖ ਦਾਤਾ, ਨਾਨਕ ਦਾਸ ਤੁਝੈ ਸਮਝਾਵਤ। ਸਵਈਏ ਸ੍ਰੀ ਮੁਖ ਵਾਕ ਮਹਲਾ ਪੰਜਵਾਂ ਪੰਨਾ 1388। ਇਕ ਬਿਨ ਦੂਸਰ ਸੋ ਨਾ ਚਿਨਾਰ, ਭੰਜਨ ਗੜਨ ਸਮਰੱਥ ਸਦਾ। ਪ੍ਰਭ ਜਾਣਤ ਹੈ ਕਰਤਾਰ। ਸ਼ਬਦ ਹਜ਼ਾਰੇ ਪਾਤਸ਼ਾਹੀ 10। ਇਕ ਮਨ ਇਕ ਆਰਾਧਨਾ, ਦੁਬਿਧਾ ਦੂਜਾ ਭਾਉ ਮਿਟਾਇਆ। ਭਾਈ ਗੁਰਦਾਸ ਵਾਰ 11। ਗੁਰਮੁਖ ਸੁਖ ਫਲ ਸਾਧ ਸੰਗ, ਪਰਮਹੰਸ ਗੁਰ ਸਿੱਖ ਸੋਹੰਦੇ। ਇਕ ਮਨ ਇਕ ਧਿਆਇਂਦੇ, ਦੂਜੇ ਭਾਏ ਨਾ ਜਾਏ ਫਿਰੰਦੇ। ਭਾਈ ਗੁਰਦਾਸ ਵਾਰ 16। ਭਾਈ ਨੰਦ ਲਾਲ ਸਾਹਿਬ ਲਿਖਦੇ ਹਨ, ਦਰ ਮਜ਼ਹਬੇ ਮਾਂ ਗੈਰ ਪੈਰਸਤੀ ਨਾ ਕੁਨੰਦ। ਸਰਤਾ ਬਾ ਕਦਮ ਬਹੋਸ਼ ਓ ਮਸਤੀ ਨਾ ਕੁਨੰਦ। ਸਰਤਾ ਬਾ ਕਦਮ ਬਹੋਸ਼ ਓ ਮਸਤੀ ਨਾ ਕੁਨੰਦ। ਰੁਬਾਈਆਂ ਭਾਈ ਨੰਦ ਲਾਲ। ਜਲੂਸ ਔਰ ਆਏ ਤਵਹੁਦ, ਦਰ ਕੈਸਰਤ ਨਿਜ਼ਾਮ ਇਕ ਤਰਾਏ। ਤਅਲੁਕ ਦਰ ਵਹਦਤ, ਤੋਸੀ ਫੋਸਨਾ। ਭਾਈ ਗੁਰਦਾਸ ਜੀ ਗੁਰਸਿੱਖਾਂ ਨੂੰ ਅਨੰਨਯ ਦੀ ਉਪਾਸਨਾ ਦਾ ਉਪਦੇਸ਼ ਦਿੰਦੇ ਹੋਏ ਦੇਵੀ ਦੇਵਤਾ ਦੇ ਪੂਜਣ ਦਾ ਨਿਸ਼ੇਧ ਕਰਦੇ ਹਨ। ਜੈਸੇ ਪਤੀ ਬ੍ਰਤਾ ਪਰ ਪੁਰਖੈ ਨਾ ਦੋਖਿਓ ਚਾਹੈ। ਪੂਰਨ ਪ੍ਰਤੀ ਬ੍ਰਤਾ ਕੋ ਪਤ ਹੀ ਮੈਂ ਧਿਆਨ ਹੈ। ਸਰ ਸਰਿਤਾ ਸਮੁੰਦਰ ਚਾਤਰਿਕ ਨਾ ਚਾਹੈ ਕਾਹੂ। ਆਸ ਘਨ ਬੂੰਦ ਪ੍ਰਿਯ ਪ੍ਰਿਯ ਗੁਣ ਗਾਨ ਹੈ। ਦਿਨ ਕਰਿਓਰ ਭੋਰ ਚਾਹਤ ਨਹੀਂ ਚਕੋਰ। ਮਨ ਬਚ ਕ੍ਰਮ ਹਿਮ ਕਰ ਪ੍ਰਿਯ ਪ੍ਰਾਨ ਹੈ। ਤੈਸੇ ਗੁਰ ਸਿਖਿਆਨ ਦੇਵ ਸੇਵ ਰਹਿਤ ਪੈ ਸਹਿਜ ਸੁਭਾਵ
ਨਾ ਅਵਗਿਆ ਅਭਿਮਾਨ ਹੈ। ਦੋਏ ਦਰਪਨ ਦੇਖੈ ਏਕ ਸਹਿ ਅਨੇਕ ਰੂਪ, ਦੋਏ ਨਾਮ ਪਾਵ ਧਰੈ ਪਹੁੰਚੇ ਨਾ ਪਾਰ ਹੈ। ਦੋਏ ਦਿਸ਼ਾ ਗਹਿ ਗਹਾਏ ਸਹਿ ਹਾਥ, ਪਉ ਟੂਟੇ ਦੁਰਾਹੇ ਦੁਚਿਤ ਹੋਏ ਭੂਲ ਪਗ ਧਾਰ ਹੈ। ਦੋਏ ਭੂਪ ਤਾਂਕੇ ਗਾਊ ਪਰਜਾ ਨਾ ਸੁਖੀ ਹੋਤ, ਦੋਏ ਪੁਰਖਨ ਕੀ ਨਾ ਕੁਲ ਬਧੂ ਨਾਰ ਹੈ। ਗੁਰਸਿਖ ਹੋਏ ਆਨ ਦੇਵ ਸੇਵ ਟੇਵ ਗਹਿ, ਸਹਿ ਜਮ ਡੰਡ ਤ੍ਰਿਗ ਜੀਵਨ ਸੰਸਾਰ ਹੈ। ਕਬਿੱਤ ਭਾਈ ਗੁਰਦਾਸ। ਪਿਆਰੇ ਹਿੰਦੂ ਜੀ, ਆਪ ਦੀ ਔਰ ਸਾਡੀ ਉਪਾਸਨਾ ਔਰ ਪੂਜਾ ਦਾ ਤਰੀਕਾ ਵੀ ਇੱਕ ਨਹੀਂ ਹੈ। ਆਪ ਪੂਜਦੇ ਹੋ ਚੰਦਨ ਕੁੰਗੂ ਆਰਤੀ ਆਦਿਕ ਸਮਗਰੀ ਨਾਲ, ਪਰ ਸਾਡੇ ਧਰਮ ਵਿੱਚ ਪੂਜਨ ਦਾ ਇਹ ਪ੍ਰਕਾਰ ਹੈ। ਤੇਰਾ ਨਾਮ ਕਈ ਚਨਣਾਠੀਆ, ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇ ਰਲੈ, ਘਾਟੇ ਅੰਤਰ ਪੂਜਾ ਹੋਏ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਏ। ਰਹਾਉ ਬਾਹਰ ਦੇਵ ਪਖਾਲੀਐ, ਜੇ ਮਨ ਧੋਵੈ ਕੋਏ, ਝੂਠ ਲਹੈ ਜੀਉ ਮਾਂਝੀਐ, ਮੋਖ ਭਿਆਣਾ ਹੋਏ। ਗੂਜਰੀ ਮਹਲਾ ਪਹਿਲਾ ਪੰਨਾ 499। ਦੂਜੇ ਭਾਏ ਅਗਿਆਨੀ ਪੂਜਦੇ, ਦੈਰਗਾਹ ਮਿਲੈ ਸਜਾਏ, ਆਤਮ ਦਿਓ ਪੂਜੀਐ, ਬਿਨ ਸਤਿਗੁਰ ਬੂਝ ਨਾ ਪਾਏ। ਵਾਰ ਸ੍ਰੀ ਰਾਗ ਮਹਲਾ ਤੀਜਾ ਪੰਨਾ 88। ਮਨ ਸੰਪਟ ਜਿਤ ਸਤ ਸਰ ਨਾਵਣ, ਭਾਵਨ ਪਾਤੀ ਤ੍ਰਿਪਤ ਕਰੇ, ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਵਤ ਰਹੈ। ਸੂਹੀ ਮਹਲਾ ਪਹਿਲਾ ਪੰਨਾ 728। ਅਚੁੱਤ ਪੂਜਾ ਜੋਗ ਗੋਪਾਲ, ਮਨ ਤਨ ਅਰਪ ਰੱਖੋਂ ਹਰ ਆਗੈ, ਸਰਬ ਜੀਆਂ ਕਾ ਹੈ ਪ੍ਰਤਪਾਲ। ਬਿਲਾਵਲ ਮਹਲਾ ਪੰਜਵਾਂ ਪੰਨਾ 824। ਹਰ ਕੀ ਪੂਜਾ ਦੁਲੰਭ ਹੈ, ਸੰਤੋ ਕਹਿਣਾ ਕਛੂ ਨਾ ਜਾਈ। ਸੰਤੋ ਗੁਰਮੁਖ ਪੂਰਾ ਪਾਈ, ਨਾਮੋ ਪੂਜ ਕਰਾਈ। ਰਹਾਉ ਹਰ ਬਿਨ ਸਭ ਕਿਛ ਮੈਲਾ, ਸੰਤੋ ਕਿਆ ਹਉ ਪੂਜ ਚੜਾਈ। ਰਾਮਕਲੀ ਮਹਲਾ ਤੀਜਾ ਪੰਨਾ 910। ਭਰਮ ਭੂਲੇ ਅਗਿਆਨੀ ਅੰਧਲੇ, ਭ੍ਰਮ ਭ੍ਰਮ ਫੂਲ ਤੋਰਾਵੇ। ਨਿਰਜੀਉ ਪੂਜੈ ਮੜਾ ਸਰੇਵੈ, ਸਭ ਬਿਰਥੀ ਘਾਲ ਗਵਾਵੈ। ਮਲਾਰ ਮਹਲਾ ਚੌਥਾ ਪੰਨਾ 1234। ਗਗਨ ਮਾਇ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਆਣ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ। ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋ ਕਹੋ, ਸਹਸ ਮੂਰਤ ਨੰਨਾ ਏਕ ਤੋਹੀ। ਸਹਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ। ਸਮਾ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਮਾ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਅੰਦਨੋ ਮੋਹ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕਉ, ਹੋਏ ਜਾਤੇ ਤੇਰਾ ਨਾਮ ਵਾਸਾ। ਧਨਾਸਰੀ ਮਹਲਾ ਪਹਿਲਾ ਪੰਨਾ 663। ਹਿੰਦੂ ਆਪ ਦੇਵੀ ਦੇਵਤਿਆਂ ਦੇ ਪੂਜਨ ਦਾ ਗੁਰਮਤਿ ਵਿੱਚ ਨਿਸ਼ੇਧ ਆਖਦੇ ਹੋ, ਪਰ ਦਸਵੇਂ ਗੁਰੂ ਜੀ ਨੇ ਖੁਦ ਦੇਵੀ ਪੂਜੀ ਹੈ, ਜਿਹਾ ਕਿ ਬਚਿੱਤਰ ਨਾਟਕ ਦੇ ਇਸ ਬਚਨ ਤੋਂ ਮਹਾਕਾਲ ਕਾਲਕਾ ਆਰਾਧੀ ਬਚਿੱਤਰ ਨਾਟਕ ਅਧਿਆਇ 6 ਪ੍ਰਤੀਤ ਹੁੰਦਾ ਹੈ। ਔਰ ਉਹਨਾਂ ਨੇ ਦੁਰਗਾ ਦੀ ਮਹਿਮਾ ਵਿੱਚ ਚੰਡੀ ਚਰਿੱਤਰ ਲਿਖਿਆ ਹੈ ਔਰ ਉਸ ਦੇ ਪਾਠ ਦਾ ਮਹਾਤਮ ਦੱਸਿਆ ਹੈ। ਯਥਾ ਜਾਨ ਨਮਿਤ ਪੜੈ ਸੁਨਹਿ ਨਰ, ਸੋ ਨਿਸ਼ਚੈ ਕਰ ਤਾਹ ਦਈ ਹੈ। ਚੰਡੀ ਚਰਿੱਤਰ ਉਕਤ ਪਾਤਸ਼ਾਹੀ 10ਵੀਂ। ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ, ਵਾਰ ਚੰਡੀ ਪਾਤਸ਼ਾਹੀ 10ਵੀਂ। ਸਿੱਖ ਪਿਆਰੇ ਹਿੰਦੂ ਭਾਈ,
ਗੁਰੂ ਸਾਹਿਬ ਨੇ ਅਕਾਲ ਨੂੰ ਤ੍ਰਿਲਿੰਗ ਰੂਪ ਵਰਣਨ ਕੀਤਾ ਹੈ। ਯਥਾ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਜਾਪ ਸਾਹਿਬ। ਇਸ ਥਾਂ ਕਾਲਕਾ ਪਦ ਦਾ ਅਰਥ ਅਕਾਲ ਤੋਂ ਭਿੰਨ ਕੋਈ ਦੇਵੀ ਨਹੀਂ ਹੈ। ਜੇ ਦੇਵੀ ਦੀ ਉਪਾਸਨਾ ਹੁੰਦੀ ਤਦ ਅੱਗੇ ਦਵੈ ਤੇ ਏਕ ਰੂਪ ਹਵੈ ਗਇਓ ਦੀ ਥਾਂ ਤ੍ਰੈ ਤੇ ਏਕ ਰੂਪ ਹਵੈ ਗਇਓ ਪਾਠ ਹੁੰਦਾ, ਔਰ ਅਕਾਲ ਪੁਰਖ ਬਾਚ ਇਸ ਕੀਟ ਪ੍ਰਤ ਦੀ ਥਾਂ ਅਕਾਲ ਅਰ ਕਾਲਕਾ ਬਾਚ ਹੁੰਦਾ। ਆਪ ਨੂੰ ਨਿਰਸੰਦੇਹ ਕਰਨ ਲਈ ਅਸੀਂ ਪ੍ਰਬਲ 5 ਯੁਕਤੀਆਂ ਨਾਲ ਦੇਵੀ ਦੇ ਪੂਜਨ ਦਾ ਖੰਡਨ ਦਿਖਾਉਂਦੇ ਹਾਂ। ਪਹਿਲਾ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ ਹੁਕਮ ਦਿੱਤਾ ਹੈ ਕਿ ਬਿਨ ਕਰਤਾਰ ਨਾ ਕਿਰਤਮ ਮਾਨੋ ਸ਼ਬਦ ਹਜ਼ਾਰੇ ਪਾਤਸ਼ਾਹੀ ਦਾਸ, ਅਰਥਾਤ ਕਰੀ ਹੋਈ ਵਸਤੂ ਨੂੰ ਨਾ ਪੂਜੋ, ਕਰਤਾਰ ਕਰਨ ਵਾਲੇ ਨੂੰ ਭਾਵ ਦੀ ਉਪਾਸਨਾ ਕਰੋ। ਔਰ ਚੰਡੀ ਦੀ ਵਾਰ ਵਿੱਚ ਜ਼ਿਕਰ ਹੈ, ਤੈਹੀਂ ਦੁਰਗਾ ਸਾਜ ਕੈ ਦੈਂਤਾਂ ਦਾ ਨਾਸ਼ ਕਰਾਇਆ, ਵਾਰ ਚੰਡੀ ਪਾਤਸ਼ਾਹੀ ਦਾਸ। ਇਸ ਤੋਂ ਸਿੱਧ ਹੈ ਕਿ ਦੁਰਗਾ ਸਾਜਣ ਵਾਲਾ ਕਰਤਾਰ ਹੋਰ ਹੈ ਔਰ ਦੁਰਗਾ ਉਸ ਦੀ ਰਚੀ ਹੋਈ ਹੈ। ਕਿ ਇਹ ਹੋ ਸਕਦਾ ਹੈ ਕਿ ਗੁਰੂ ਜੀ ਸਿੱਖਾਂ ਨੂੰ ਉਪਦੇਸ਼ ਕੁਛ ਦੇਣ ਔਰ ਆਪ ਉਸ ਦੇ ਵਿਰੁੱਧ ਅਮਲ ਕੁਛ ਹੋਰ ਕਰਨ, ਅਰਥਾਤ ਸਿੱਖਾਂ ਨੂੰ ਕਰਤਾਰ ਪੂਜਣਾ ਦੱਸਣ ਤੇ ਆਪ ਕਰੀ ਹੋਈ ਵਸਤੂ ਦੇ ਉਪਾਸ਼ਕ ਬਣ। ਦੂਜਾ ਨੰਬਰ, ਗੁਰੂ ਸਾਹਿਬ ਪ੍ਰਤਿਗਿਆ ਕਰਦੇ ਹਨ, ਤੁਮਹਿ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹੋ ਸੋ ਤੁਮ ਤੇ ਪਾਉ। ਚੌਪਈ ਪਾਤਸ਼ਾਹੀ ਦਾਸ। ਇੱਕ ਬਿਨ ਦੂਸਰ ਸੋ ਨਾ ਚਿਨਾਰ, ਸ਼ਬਦ ਹਜ਼ਾਰੇ ਪਾਤਸ਼ਾਹੀ ਦਾਸ। ਭਜੋ ਸੋ ਏਕ ਨਾਮਯੰ, ਜੋ ਕਾਮ ਸਰਬ ਠਾਮਯੰ, ਨਾ ਧਿਆਨ ਆਨ ਕੋ ਧਰੋਂ, ਨਾ ਨਾਮ ਆਨ ਉਚਰੋਂ। ਬਚਿੱਤਰ ਨਾਟਕ ਅਧਿਆਇ 6। ਕੀ ਐਸਾ ਹੋ ਸਕਦਾ ਹੈ ਕਿ ਗੁਰੂ ਸਾਹਿਬ ਆਪਣੀ ਪ੍ਰਤਿਗਿਆ ਦੇ ਵਿਰੁੱਧ ਦੇਵੀ ਪੂਜਨ ਕਰਨ? ਤੀਜਾ ਅੰਕ, ਗ੍ਰੰਥ ਕਰਤਾ ਜਿਸ ਦੇਵਤਾ ਨੂੰ ਪੂਜਦਾ ਹੈ ਆਪਣੀ ਰਚਨਾ ਦੇ ਆਦ ਵਿੱਚ ਆਪਣੇ ਪੂਜ ਦੇਵਤਾ ਦਾ ਨਾਮ ਲੈ ਕੇ ਮੰਗਲ ਕਰਦਾ ਹੈ, ਬਲਕਿ ਵਿਦਵਾਨ ਲੋਕ ਗ੍ਰੰਥ ਦਾ ਮੰਗਲਾਚਰਨ ਦੇਖ ਕੇ ਹੀ ਕਵੀ ਦਾ ਇਸ਼ਟ ਸਮਝ ਲੈਂਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ, ਇਹੀ ਮੰਗਲਾਚਰਨ ਸ੍ਰੀ ਮੁੱਖ ਵਾਕ ਬਾਣੀ ਦੇ ਆਦ ਰੱਖਿਆ ਹੈ। ਫਿਰ ਇਹ ਕਿਸ ਤਰ੍ਹਾਂ ਖਿਆਲ ਕੀਤਾ ਜਾ ਸਕਦਾ ਹੈ ਕਿ ਦਸਮ ਗੁਰੂ ਜੀ ਦੇਵੀ ਭਗਤ ਸਨ। ਸੋ ਅਗਲਾ ਅੰਕ, ਸਿੱਖਾਂ ਵਿੱਚ 10 ਸਤਿਗੁਰੂ ਇੱਕ ਰੂਪ ਮੰਨੇ ਗਏ ਹਨ। ਜੋ ਆਸ਼ਾ ਗੁਰੂ ਨਾਨਕ ਦੇਵ ਦਾ ਹੈ ਉਹੀ ਗੁਰੂ ਗੋਬਿੰਦ ਸਿੰਘ ਜੀ ਦਾ ਹੈ, ਜਦਕਿ ਗੁਰੂ ਗ੍ਰੰਥ ਸਾਹਿਬ ਇਹ ਬਚਨ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬਚਨ ਹਨ, ਭਰਮੇ ਸੁਰ ਨਰ ਦੇਵੀ ਦੇਵਾ, ਗੌੜੀ 52 ਅੱਖਰੀ, ਮਹਲਾ 5, ਪੰਨਾ 258। ਦੇਵੀਆਂ ਨਹੀਂ ਜਾਣੈ ਮਰਮ, ਰਾਮਕਲੀ, ਮਹਲਾ 5, ਪੰਨਾ 894। ਮਹਾਮਾਈ ਕੀ ਪੂਜਾ ਕਰੈ, ਨਰ ਸਹਿ ਨਾਰੀ ਹੋਏ ਅਵਤਰੈ, ਤੂੰ ਕਹੀਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਗੌਂਡ ਨਾਮਦੇਵ, ਪੰਨਾ 874। ਔਰ ਫਿਰ ਖੁਦ ਕਲਗੀਧਰ ਅਕਾਲ ਉਸਤਤ ਵਿੱਚ ਲਿਖਦੇ ਹਨ, ਚਰਨ ਸ਼ਰਨ ਜੇ ਬਸਤ ਭਵਾਨੀ, ਅਰਥਾਤ ਦੇਵੀ ਅਕਾਲ ਦੇ ਚਰਨਾਂ ਦੀ ਦਾਸੀ ਹੈ। ਔਰ ਇਸ ਪਰ ਸਤਿਗੁਰਾਂ ਦਾ ਬਚਨ ਹੈ ਕਿ ਠਾਕੁਰ ਛੋੜ ਦਾਸੀ ਕੋ ਸਿਮਰੈ, ਮਨਮੁਖ ਅੰਧ ਅਗਿਆਨਾ। ਭੈਰੋਂ, ਮਹਲਾ 5, ਪੰਨਾ 1138। ਔਰ ਜਿਸ ਦੇਵੀ ਨੂੰ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਦੀ ਝਾੜੂ ਬਰਦਾਰ ਮੰਨਦਿਆਂ ਜਾਂ ਮੰਨਿਆ, ਤਦ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਉਸੇ ਗੁਰਗੱਦੀ ਦੇ ਮਾਲਕ ਆਪਣੇ ਬਜ਼ੁਰਗਾਂ ਦੇ ਆਸ਼ੇ ਤੋਂ ਵਿਰੁੱਧ ਔਰ ਆਪਣੇ ਲੇਖ ਦੇ ਵਿਰੁੱਧ ਦੇਵੀ ਦੀ ਉਪਾਸਨਾ ਕਰਦੇ। ਪੰਜਵਾਂ,
ਭਾਈ ਮਨੀ ਸਿੰਘ ਜੀ ਨੇ 10ਵੇਂ ਗੁਰੂ ਸਾਹਿਬ ਤੋਂ ਅੰਮ੍ਰਿਤ ਛਕਿਆ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਪੜ੍ਹੇ। ਉਹ ਭਾਈ ਸਾਹਿਬ ਗਿਆਨ ਰਤਨਾਵਲੀ ਦੇ ਆਦ ਵਿੱਚ ਇਹ ਮੰਗਲਾਚਰਨ ਕਰਦੇ ਹਨ। ਨਾਮ ਸਭ ਦੇਵਾਂ ਦਾ ਦੇਵ ਹੈ, ਕੋਈ ਦੇਵੀ ਨੂੰ ਮਨਾਵਦਾ ਹੈ, ਕੋਈ ਸ਼ਿਵਾ ਨੂੰ, ਕੋਈ ਗਣੇਸ਼ ਨੂੰ, ਕੋਈ ਹੋਰ ਦੇਵਤਿਆਂ ਨੂੰ। ਗੁਰੂ ਕੇ ਸਿੱਖ ਸਤਨਾਮ ਨੂੰ ਆਰਾਧਦੇ ਹਨ, ਜਿਸ ਕਰਕੇ ਸਭ ਵਿਘਨ ਨਾਸ਼ ਹੁੰਦੇ ਹਨ। ਤਾਂ ਤੇ ਸਤਨਾਮ ਦਾ ਮੰਗਲਾਚਰਨ ਆਦ ਰੱਖਿਆ ਹੈ। ਜੇ 10ਵੇਂ ਸਤਿਗੁਰੂ ਦਾ ਇਸ਼ਟ ਦੇਵੀ ਹੁੰਦੀ ਤਾਂ ਕਿ ਭਾਈ ਮਨੀ ਸਿੰਘ ਜੀ ਆਪਣੇ ਗੁਰੂ ਦੀ ਪੂਜਾ ਦੇਵੀ ਬਾਬਤ ਐਸਾ ਲਿਖ ਸਕਦੇ ਸਨ। ਔਰ ਪਿਆਰੇ ਹਿੰਦੂ ਜੀ, ਆਪ ਨੇ ਜੋ ਦੇਵੀ ਦੇ ਮਹਾਤਮ ਬਾਬਤ ਆਖਿਆ ਹੈ, ਸੋ ਉਹ 10ਵੇਂ ਸਤਿਗੁਰੂ ਦਾ ਉਪਦੇਸ਼ ਨਹੀਂ, ਉਹ ਮਾਰਕੰਡੇ ਪੁਰਾਣ ਵਿੱਚੋਂ ਦੁਰਗਾ ਸਪਤਸ਼ਤੀ ਦਾ ਤਰਜਮਾ ਹੈ, ਜਿਹਾ ਕਿ ਚੰਡੀ ਚਰਿੱਤਰ ਵਿੱਚੋਂ ਹੀ ਸਿੱਧ ਹੁੰਦਾ ਹੈ। ਸਭ ਸਹਿ ਕੀ ਕਥਾ ਇਹ ਪੂਰੀ ਭਈ ਹੈ। ਚੰਡੀ ਚਰਿੱਤਰ ਉਕਤ। ਬਲਕਿ ਅਸਲ ਸੰਸਕ੍ਰਿਤ ਪੁਸਤਕ ਵਿੱਚ ਬਹੁਤ ਹੀ ਵਿਸਥਾਰ ਨਾਲ ਮਹਾਤਮ ਲਿਖਿਆ ਹੈ, ਜਿਸ ਦਾ ਸੰਖੇਪ ਇਹ ਹੈ। ਦੇਵੀ ਕਹਿੰਦੀ ਹੈ, ਜੋ ਮੇਰੀ ਇਸ ਉਸਤਤ ਨੂੰ ਸੁਣਦਾ ਹੈ ਔਰ ਨਿਤ ਪੜ੍ਹਦਾ ਹੈ, ਉਸ ਦੇ ਸਭ ਦੁੱਖ, ਪਾਪ, ਦਰਿਦ੍ਰ ਆਦਿਕ ਨਾਸ਼ ਹੋ ਜਾਂਦੇ ਹਨ। ਦੁਸ਼ਮਨ, ਚੋਰ, ਰਾਜਾ, ਸ਼ਸਤਰ ਔਰ ਅਗਨੀ, ਇਹਨਾਂ ਸਭਨਾਂ ਦਾ ਡਰ ਜਾਂਦਾ ਰਹਿੰਦਾ ਹੈ। ਯੁੱਧ ਵਿੱਚ ਪੁਰਸ਼ਾਰਥ ਵੱਧਦਾ ਹੈ, ਵੈਰੀ ਮਰ ਜਾਂਦੇ ਹਨ, ਮੁਕਤੀ ਮਿਲਦੀ ਹੈ, ਕੁੱਲ ਦਾ ਵਾਧਾ ਹੁੰਦਾ ਹੈ, ਗ੍ਰਹਾਂ ਦੀ ਪੀੜਾ ਨਹੀਂ ਰਹਿੰਦੀ, ਰਾਖਸ਼, ਭੂਤ, ਪ੍ਰੇਤ ਔਰ ਪਿਸ਼ਾਚਾਂ ਦਾ ਨਾਸ਼ ਹੋ ਜਾਂਦਾ ਹੈ। ਅੱਗ, ਚੋਰ, ਵੈਰੀ, ਸ਼ੇਰ, ਜੰਗਲੀ ਹਾਥੀ, ਇਹਨਾਂ ਤੋਂ ਘਿਰਿਆ ਹੋਇਆ ਛੁਟਕਾਰਾ ਪਾਉਂਦਾ ਹੈ। ਰਾਜੇ ਤੋਂ ਜੇ ਮਾਰਨ ਦਾ ਹੁਕਮ ਹੋ ਜਾਵੇ ਅਥਵਾ ਕੈਦ ਹੋਵੇ, ਸਮੁੰਦਰ ਵਿੱਚ ਤੂਫਾਨ ਆ ਜਾਵੇ, ਇਹਨਾਂ ਸਭ ਦੁੱਖਾਂ ਤੋਂ ਬਚ ਜਾਂਦਾ ਹੈ। ਇਤਿਆਦਿਕ। ਦੁਰਗਾ ਸਪਤਸ਼ਤੀ ਅਧਿਆਇ 12 ਸ਼ਲੋਕ 1 ਤੋਂ 29। ਇਸੇ ਦਾ ਸੰਖੇਪ ਹੈ। ਜਾਨ ਨਮਿਤ ਪੜ੍ਹੈ ਸੁਨੈ ਨਰ, ਚੰਡੀ ਚਰਿਤ੍ਰ ਉਕਤ 232। ਔਰ ਫੇਰ ਨਾ ਜੂਨੀ ਆਇਆ ਵਾਰ ਚੰਡੀ ਪਾਤਸ਼ਾਹੀ ਦਾਸ। ਹਿੰਦੂ ਸਿੱਖਾਂ ਦਾ ਨਿਤ ਅਰਦਾਸ ਵੇਲੇ ਇਹ ਪੜ੍ਹਨਾ ਹੈ ਕਿ ਪ੍ਰਥਮ ਭਗਉਤੀ ਸਿਮਰ ਕਹਿ ਵਾਰ ਚੰਡੀ ਪਾਤਸ਼ਾਹੀ ਦਾਸ। ਸਾਫ਼ ਸਿੱਧ ਕਰਦਾ ਹੈ ਕਿ ਖਾਲਸਾ ਧਰਮ ਵਿੱਚ ਦੇਵੀ ਉਪਾਸਨਾ ਹੈ। ਅਸਲ ਵਿੱਚ ਭਗਉਤੀ ਪਦ ਸੰਸਕ੍ਰਿਤ ਭਗਵਤੀ ਹੈ, ਜਿਸ ਦਾ ਅਰਥ ਦੇਵੀ ਹੈ। ਗੁਰੂ ਗੋਬਿੰਦ ਸਿੰਘ ਜੀ ਫਾਰਸੀ ਅੱਖਰਾਂ ਵਿੱਚ ਆਪਣੀ ਕਵਿਤਾ ਲਿਖਿਆ ਕਰਦੇ ਸੀ, ਸੋ ਭਗਵਤੀ ਔਰ ਭਗਉਤੀ ਇੱਕੋ ਪੜ੍ਹਿਆ ਜਾਂਦਾ ਹੈ। ਗੁਰਮੁਖੀ ਲਿਖਾਰੀਆਂ ਨੇ ਅਸਲ ਛੁੱਧ ਪਾਠ ਸਮਝੇ ਬਿਨਾ ਭਗਵਤੀ ਦੀ ਥਾਂ ਭਗਉਤੀ ਸਿੱਖ ਦਿੱਤਾ ਹੈ ਜਾਂ ਲਿਖ ਦਿੱਤਾ ਹੈ। ਸਿੱਖ ਭਗਉਤੀ ਪਦ ਪਰ ਗੁਰਮਤਿ ਸੁਦਾਕਰ ਵਿੱਚ ਚਰਚਾ ਕੀਤੀ ਗਈ ਹੈ। ਆਪ ਉਸ ਨੂੰ ਦੇਖ ਕੇ ਸੰਸਾ ਮਿਟਾ ਸਕਦੇ ਹੋ, ਪਰ ਅਸੀਂ ਆਪ ਨੂੰ 2-4 ਪ੍ਰਸ਼ਨ ਕਰਦੇ ਹਾਂ, ਜਿਨ੍ਹਾਂ ਤੋਂ ਆਪ ਦੀ ਤਸੱਲੀ ਹੋ ਜਾਏਗੀ। ਚੰਡੀ ਦੀ ਵਾਰ ਵਿੱਚ ਪਾਠ ਹੈ, ਲਈ ਭਗਉਤੀ ਦੁਰਗ ਸ਼ਾਹ ਵਰਜਾਗਨ ਭਾਰੀ, ਲਾਈ ਰਾਜੇ ਸ਼ੁੰਭ ਨੂੰ ਰਤ ਪੀਏ ਪਿਆਰੀ। ਵਾਰ ਚੰਡੀ ਪਾਤਸ਼ਾਹੀ ਦਾਸ। ਕੀ ਇਸ ਦਾ ਭਾਵ ਇਹ ਹੈ ਕਿ ਦੁਰਗਾ ਨੇ ਭਗਵਤੀ ਦੇਵੀ ਫੜ ਕੇ ਰਾਜੇ ਸ਼ੁੰਭ ਦੇ ਸਿਰ ਵਿੱਚ ਮਾਰੀ, ਜਿਸ ਨੇ ਉਸ ਦਾ ਲਹੂ ਚਖਿਆ? ਕਿ ਗੁਰੂ ਅਰਜਨ ਸਾਹਿਬ ਦੀ ਵੀ ਫਾਰਸੀ ਅੱਖਰਾਂ ਵਿੱਚ ਸ਼ਬਦ ਲਿਖਿਆ ਕਰਦੇ ਸੀ, ਜਿਨ੍ਹਾਂ ਦੀ ਨਕਲ ਕਰਨ ਵੇਲੇ ਭਾਈ ਗੁਰਦਾਸ ਜੀ ਧੋਖਾ ਖਾ ਗਏ? ਦੇਖੋ ਸੁਖਮਨੀ ਦਾ ਪਾਠ। ਭਗਉਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ। ਸਾਧ ਸੰਗ ਪਾਪਾ ਮਲ ਖੋਵੈ, ਤਿਸ ਭਗਉਤੀ ਕੀ ਮਤ ਉੱਤਮ ਹੋਵੈ। ਹਰ ਕੇ ਚਰਨ ਹਿਰਦੈ ਬਸਾਵੈ, ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ। ਗੌੜੀ ਸੁਖਮਨੀ ਮਹਲਾ 5 ਪੰਨਾ 274।
क्यों साहिब ये भगवती है या भगवती, और स्त्रीलिंग है या पुलिंग। ਭਗਉਤੀ ਸਤੋਤਰ ਔਰ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਲਿਖਿਆ ਹੈ, ਨਮੋ ਸ਼੍ਰੀ ਭਗਉਤੀ ਬਡੈਲੀ ਸਰੋਹੀ। ਭਗਉਤੀ ਸਤੋਤਰ ਸਤਰ 1। ਨਾਉ ਭਗਉਤੀ ਲੋਹ ਕਢਾਇਆ। ਭਾਈ ਗੁਰਦਾਸ ਵਾਰ 5। ਕੀ ਭਗਵਤੀ ਦੇਵੀ ਨੂੰ ਸਾਣ ਪਰ ਬਾੜ ਚੜਾਇਆ ਜਾਂਦਾ ਹੈ, ਔਰ ਕੀ ਉਹ ਲੋਹੇ ਦੀ ਘੜੀ ਹੋਈ ਹੈ। ਮੇਰੇ ਪ੍ਰੇਮੀ ਹਿੰਦੂ ਜੀ, ਦਬਿਸਤਾਨ ਮਜ਼ਾਹਬ ਦੇ ਕਰਤਾ ਨੇ ਇੱਕ ਅੱਖੀਂ ਦੇਖਿਆ ਪ੍ਰਸੰਗ ਦੇਵੀ ਦਾ ਲਿਖਿਆ ਹੈ, ਜਿਸ ਤੋਂ ਗੁਰਸਿੱਖਾਂ ਵਿੱਚ ਦੇਵੀ ਦੇ ਸਨਮਾਨ ਦੀ ਅਸਲੀਅਤ ਪ੍ਰਗਟ ਹੁੰਦੀ ਹੈ। ਧਿਆਨ ਦੇ ਕੇ ਸੁਣੀਏ। ਗੁਰੂ ਹਰਗੋਬਿੰਦ ਜੀ ਕਰਤਾਰਪੁਰ ਪਹੁੰਚੇ, ਜੋ ਰਾਜਾ ਤਾਰਾ ਚੰਦ ਦੀ ਰਾਜਧਾਨੀ ਵਿੱਚ ਸੀ। ਉੱਥੋਂ ਦੇ ਲੋਕ ਮੂਰਤੀ ਪੂਜਕ ਸਨ। ਪਹਾੜ ਦੇ ਸਿਰ ਪਰ ਇੱਕ ਨੈਣਾ ਦੇਵੀ ਦਾ ਮੰਦਿਰ ਸੀ, ਜਿਸ ਨੂੰ ਪੂਜਣ ਲਈ ਆਸ-ਪਾਸ ਦੇ ਲੋਕ ਆਇਆ ਕਰਦੇ ਸਨ। ਇੱਕ ਭੈਰੋਂ ਨਾਮੀ ਗੁਰੂ ਦੇ ਸਿੱਖ ਨੇ ਮੰਦਿਰ ਵਿੱਚ ਪਹੁੰਚ ਕੇ ਨੈਣਾ ਦੇਵੀ ਦਾ ਨੱਕ ਤੋੜ ਸੁੱਟਿਆ। ਇਸ ਗੱਲ ਦੀ ਚਰਚਾ ਸਾਰੇ ਫੈਲ ਗਈ। ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਪਾਸ ਪਹੁੰਚ ਕੇ ਸਿੱਖ ਦੀ ਸ਼ਿਕਾਇਤ ਕੀਤੀ। ਗੁਰੂ ਸਾਹਿਬ ਨੇ ਭੈਰੋਂ ਸਿੱਖ ਨੂੰ ਰਾਜਿਆਂ ਦੇ ਸਾਹਮਣੇ ਬੁਲਾ ਕੇ ਪੁੱਛਿਆ, ਤਾਂ ਉਸ ਨੇ ਆਖਿਆ ਕਿ ਦੇਵੀ ਤੋਂ ਪੁੱਛਣਾ ਚਾਹੀਦਾ ਹੈ ਕਿ ਉਸ ਦਾ ਨੱਕ ਕਿਸ ਨੇ ਤੋੜਿਆ ਹੈ। ਇਸ ਪਰ ਰਾਜਿਆਂ ਨੇ ਭੈਰੋਂ ਨੂੰ ਆਖਿਆ ਕਿ ਹੇ ਮੂਰਖ, ਕਦੇ ਦੇਵੀ ਵੀ ਗੱਲਾਂ ਕਰ ਸਕਦੀ ਹੈ। ਭੈਰੋਂ ਨੇ ਹੱਸ ਕੇ ਜਵਾਬ ਦਿੱਤਾ ਕਿ ਜੋ ਦੇਵੀ ਬੋਲ ਨਹੀਂ ਸਕਦੀ ਔਰ ਆਪਣੇ ਅੰਗਾਂ ਨੂੰ ਨਹੀਂ ਬਚਾ ਸਕਦੀ, ਤੁਸੀਂ ਉਸ ਤੋਂ ਨੇਕੀ ਦੀ ਕੀ ਉਮੀਦ ਰੱਖਦੇ ਹੋ। ਇਸ ਗੱਲ ਨੂੰ ਸੁਣ ਕੇ ਰਾਜੇ ਚੁੱਪ ਹੋ ਗਏ। ਸੋ ਇਸ ਚੱਲੇ ਹੋਏ ਦੇਵੀ ਦੇ ਪ੍ਰਸੰਗ ਵਿੱਚ ਮੁਨਾਸਬ ਮਾਲੂਮ ਹੁੰਦਾ ਹੈ ਕਿ ਅਸੀਂ ਆਪਣੇ ਸਿੱਖ ਭਾਈਆਂ ਨਾਲ ਵੀ ਦੋ ਗੱਲਾਂ ਦੇਵੀ ਬਾਬਤ ਕਰੀਏ। ਪਿਆਰੇ ਗੁਰੂ ਨਾਨਕ ਪੰਥੀਓ, ਸਭ ਤੋਂ ਪਹਿਲਾਂ ਆਪ ਇਹ ਵਿਚਾਰੋ ਕਿ ਦੇਵੀ ਕੌਣ ਹੋਈ ਹੈ ਔਰ ਉਸ ਨੇ ਸੰਸਾਰ ਦਾ ਕੀ ਉਪਕਾਰ ਕੀਤਾ ਹੈ। ਪੁਰਾਣਾ ਤੋਂ ਤਾਂ ਇਹੀ ਪਤਾ ਲੱਗਦਾ ਹੈ ਕਿ ਉਹ ਹਿਮਾਲਿਆ ਦੀ ਬੇਟੀ ਸੀ ਔਰ ਸ਼ਿਵ ਜੀ ਨੂੰ ਵਿਆਹੀ ਗਈ ਸੀ। ਇਸੀ ਵਾਸਤੇ ਉਸ ਦੇ ਨਾਮ ਪਾਰਬਤੀ, ਗਿਰਜਾ ਔਰ ਸ਼ਿਵਾ ਆਦਿ ਹਨ। ਉਸ ਨੇ ਦੇਵਤਿਆਂ ਦੀ ਹਮਾਇਤ ਵਿੱਚ ਦੈਂਤਾਂ ਨਾਲ ਯੁੱਧ ਕੀਤਾ ਔਰ ਇੰਦਰ ਨੂੰ ਕਈ ਵੇਰ ਰਾਜਗੱਦੀ ਮੁੜ ਦਵਾ ਦਿੱਤੀ। ਔਰ ਇੰਦਰ ਉਹ ਦੇਵਤਾ ਹੈ ਜੋ ਸਾਰਾ ਦਿਨ ਅਪਸਰਾ ਦਾ ਨਾਚ ਔਰ ਤਮਾਸ਼ਾ ਦੇਖਦਾ ਹੋਇਆ ਐਸ਼ ਆਰਾਮ ਵਿੱਚ ਸਮਾਂ ਬਿਤਾਉਂਦਾ ਹੈ। ਔਰ ਪੁਰਾਣਾ ਤੋਂ ਪਤਾ ਲੱਗਦਾ ਹੈ ਕਿ ਕੋਈ ਰਿਸ਼ੀ ਐਸਾ ਨਹੀਂ ਜਿਸ ਦੇ ਭਜਨ ਔਰ ਤਪ ਵਿੱਚ ਵਿਘਨ ਪਾਉਣ ਵਾਸਤੇ ਇੰਦਰ ਨੇ ਲੁੱਚੀਆਂ ਤੀਵੀਆਂ ਨਾ ਭੇਜੀਆਂ ਹੋਣ। ਔਰ ਉਹ ਖੁਦ ਰਿਸ਼ੀਆਂ ਦੀਆਂ ਇਸਤਰੀਆਂ ਨਾਲ ਵਿਭਾਚਾਰ ਕਰਦਾ ਰਿਹਾ ਹੈ, ਜਿਹਾ ਕਿ ਅਹਲਿਆ ਦੀ ਕਥਾ ਹੈ। ਐਸੇ ਵਿਭਾਚਾਰੀ ਔਰ ਕੁਕਰਮੀ ਦੀ ਸਹਾਇਤਾ ਕਰਕੇ ਦੇਵੀ ਨੇ ਜਗਤ ਨੂੰ ਕੀ ਸੁਖ ਦਿੱਤਾ, ਔਰ ਇੰਦਰ ਨੇ ਰਾਜ ਲੈ ਕੇ ਸੰਸਾਰ ਦਾ ਕਿਹੜਾ ਸੁਧਾਰ ਕੀਤਾ। ਨੈਣਾ ਦੇਵੀ, ਜਵਾਲਾਮੁਖੀ ਆਦਿਕ ਜੋ ਅਸਥਾਨ ਹਨ, ਇਹਨਾਂ ਦਾ ਪ੍ਰਸੰਗ ਇਉਂ ਹੈ ਕਿ ਦਕਸ਼ ਦੇ ਯੱਗ ਵਿੱਚ ਉਸ ਦੀ ਬੇਟੀ ਸਤੀ ਬਿਨਾਂ ਬੁਲਾਏ ਚਲੀ ਗਈ ਔਰ ਉਸ ਨੇ ਯੱਗ ਵਿੱਚ ਆਪਣੇ ਪਤੀ ਸ਼ਿਵ ਦਾ ਹਿੱਸਾ ਕੱਢਿਆ ਹੋਇਆ ਨਾ ਦੇਖ ਕੇ ਕ੍ਰੋਧ ਵਿੱਚ ਆ ਕੇ ਹਵਨ ਕੁੰਡ ਵਿੱਚ ਛਾਲ ਮਾਰੀ। ਖਬਰ ਹੋਣ ਤੋਂ ਵੀਰਭਦਰ ਅਥਵਾ ਸ਼ਿਵ ਜੀ ਨੇ ਆ ਕੇ ਦਗਧ ਹੁੰਦੀ ਸਤੀ ਨੂੰ ਤ੍ਰਿਸ਼ੂਲ ਪਰ ਜ਼ੋਰ ਨਾਲ ਝਟਕਾ ਮਾਰ ਕੇ ਚੁੱਕਿਆ। ਉਸ ਵੇਲੇ ਸਤੀ ਦੇ ਅੰਗ ਬਿਖਰ ਕੇ ਜਿੱਥੇ ਜਿੱਥੇ ਡਿੱਗੇ ਉਹੀ ਪੂਜਿਆ ਸਥਾਨ ਬਣ ਗਏ। ਜਿੱਥੇ ਅੱਖਾਂ ਡਿੱਗੀਆਂ ਉਥੇ ਨੈਣਾ ਦੇਵੀ, ਜਿੱਥੇ ਜੀਭ ਡਿੱਗੀ ਉਥੇ ਜਵਾਲਾਮੁਖੀ। ਇਸੇ ਤਰ੍ਹਾਂ ਹੋਰ ਅੰਗਾਂ ਤੋਂ ਅਨੇਕਾਂ ਹੀ ਸਥਾਨ ਬਣੇ। ਇਹਨਾਂ ਪ੍ਰਸੰਗਾਂ ਤੋਂ ਜੇ ਇਹ ਉਪਦੇਸ਼ ਲਿਆ ਜਾਵੇ ਕਿ ਇਸਤਰੀਆਂ ਨੂੰ ਵੀ ਯੁੱਧ ਵਿਦਿਆ ਵਿੱਚ ਨਿਪੁੰਨ ਹੋਣਾ ਲੋੜੀਏ ਔਰ ਆਪਣੇ ਪਤੀ ਦਾ ਸਨਮਾਨ ਪ੍ਰਾਣਾ ਤੋਂ ਵੀ ਵੱਧ ਕੇ ਕਰਨਾ ਚਾਹੀਏ, ਤਾਂ ਬੇਸ਼ੱਕ ਚੰਗਾ ਹੈ, ਪਰ ਇਸ ਤੋਂ ਛੋਟ ਹੋਰ ਕੋਈ ਲਾਭਦਾਇਕ ਗੱਲ ਨਹੀਂ। ਕਈ ਮੰਤਕੀ ਇਹ ਆਖਦੇ ਹਨ ਕਿ ਅਸੀਂ ਹਿਮਾਲਿਆ ਦੀ ਬੇਟੀ ਅਥਵਾ ਅਸ਼ਟਭੁਜੀ ਆਦਿਕ ਸਰੂਪ ਵਾਲੀ ਦੇਵੀ ਨੂੰ ਨਹੀਂ ਪੂਜਦੇ, ਅਸੀਂ ਤਾਂ ਅਕਾਲ ਪੁਰਖ ਦੀ ਜੋ ਸ਼ਕਤੀ ਹੈ ਉਸ ਨੂੰ ਮੰਨਦੇ ਹਾਂ। ਉਹਨਾਂ ਪ੍ਰਤੀ ਅਸੀਂ ਇਹ ਸ਼ੰਕਾ ਕਰਦੇ ਹਾਂ ਕਿ ਅਕਾਲ ਪੁਰਖ ਦੀ ਸ਼ਕਤੀ ਉਸ ਤੋਂ ਭਿੰਨ ਹੈ ਜਾਂ ਅਭਿੰਨ, ਜੜ ਹੈ ਅਥਵਾ ਚੇਤਨ। ਔਰ
ਅਨਿਤ ਹੈ ਜਾਂ ਨਿਤ। ਜੇ ਦੇਵੀ ਅਕਾਲ ਤੋਂ ਭਿੰਨ ਚੇਤਨ ਔਰ ਨਿਤ ਤੁਸੀਂ ਮੰਨਦੇ ਹੋ ਔਰ ਉਸ ਨੂੰ ਪੂਜਦੇ ਹੋ ਤਾਂ ਨਿਸ਼ਚਾ ਕਰੋ ਕਿ ਗੁਰੂ ਸਾਹਿਬ ਨੇ ਜੋ ਓੰਕਾਰ ਦੇ ਆਦਿ ਵਿੱਚ ਏਕਾ ਲਾਇਆ ਹੈ, ਤੁਸੀਂ ਉਸ ਉੱਪਰ ਹੜਤਾਲ ਫੇਰਨ ਦੇ ਫਿਕਰ ਵਿੱਚ ਹੋ ਔਰ ਸਿੱਖੀ ਤੋਂ ਪਤਿਤ ਹੋ। ਔਰ ਜੇ ਦੇਵੀ ਅਕਾਲ ਪੁਰਸ਼ ਤੋਂ ਭਿੰਨ ਨਹੀਂ, ਕੇਵਲ ਉਸ ਦੀ ਸ਼ਕਤੀ ਮਾਤਰ ਦਾ ਨਾਮ ਹੈ, ਤਾਂ ਉਸ ਦਾ ਦੇਵੀ ਨਾਮ ਲੈ ਕੇ ਭਿੰਨ ਪੂਜਣਾ ਵੀ ਮਹਾ ਅਗਿਆਨ ਔਰ ਮੂਰਖਤਾ ਹੈ। ਜੇ ਦੇਵੀ ਕੋਈ ਜੜ ਔਰ ਅਨਿਤ ਪਦਾਰਥ ਹੈ ਤਾਂ ਵੀ ਉਸ ਦੀ ਪੂਜਾ ਸਿੱਖ ਧਰਮ ਅਨੁਸਾਰ ਨਹੀਂ ਬਣਦੀ। ਸਿਧਾਂਤ ਇਹ ਹੈ ਕਿ ਕਿਸੇ ਤਰ੍ਹਾਂ ਦੀ ਦੇਵੀ ਦੀ ਪੂਜਾ ਸਿੱਖ ਧਰਮ ਵਿੱਚ ਯੋਗ ਸਿੱਧ ਨਹੀਂ ਹੋ ਸਕਦੀ। ਪਿਆਰੇ ਸਿੱਖ ਭਾਈਓ, ਸਾਡੇ ਧਰਮ ਵਿੱਚ ਹੀ ਬੀਬੀ ਨਾਨਕੀ, ਬੀਬੀ ਅਮਰੋ, ਬੀਬੀ ਭਾਨੀ, ਬੀਬੀ ਵੀਰੋ, ਮਾਤਾ ਸਾਹਿਬ ਕੌਰ ਔਰ ਮਾਈ ਭਾਗੋ ਜਿਹੀਆਂ ਪਵਿੱਤਰ ਦੇਵੀਆਂ ਹਨ। ਆਪ ਉਹਨਾਂ ਦੇ ਜੀਵਨ ਚਰਿੱਤਰਾਂ ਨੂੰ ਪੜ੍ਹੋ ਔਰ ਉਹਨਾਂ ਦੇ ਉਪਕਾਰਾਂ ਨੂੰ ਯਾਦ ਕਰਕੇ ਉਹਨਾਂ ਦੇ ਪੂਰਨਿਆਂ ਪਰ ਤੁਰੋ ਔਰ ਆਪਣੀਆਂ ਪੁੱਤਰੀਆਂ ਨੂੰ ਉਹਨਾਂ ਜਿਹੇ ਗੁਣ ਧਾਰਨ ਕਰਨ ਦੀਆਂ ਸਿੱਖਿਆ ਦਿਓ, ਜਿਸ ਤੋਂ ਆਪ ਦਾ ਮਾਨੁਸ਼ ਜਨਮ ਸਫਲ ਹੋਵੇ ਔਰ ਆਪ ਕਲਗੀਧਰ ਪੂਜ ਪਿਤਾ ਦੇ ਸੁਪੁੱਤਰ ਕਹਾਉਣ ਦੇ ਅਧਿਕਾਰੀ ਬਣੋ ਔਰ ਦੇਸ਼ ਸੁਧਾਰਕਾਂ ਵਿੱਚ ਗਿਣੇ ਜਾਓ। ਇਨ੍ਹਾਂ ਦੇਵੀਆਂ ਤੋਂ ਭਿੰਨ ਇੱਕ ਹੋਰ ਦੇਵੀ ਹੈ ਜੋ ਕਲਗੀਧਰ ਸੁਆਮੀ ਨੇ ਆਪ ਨੂੰ ਬਖਸ਼ੀ ਹੈ ਔਰ ਜਿਸ ਬਿਨਾ ਆਪ ਉਤਨੇ ਹੀ ਪਤਿਤ ਹੋ ਜਿਤਨਾ ਜਨੇਊ ਬਿਨਾ ਹਿੰਦੂ ਦਵਿਜ ਹੈ। ਔਰ ਉਸੇ ਦੇਵੀ ਦੇ ਤੁਫੈਲ ਤੁਸੀਂ ਇਸ ਦੇਸ਼ ਤੋਂ ਅਨਿਆਏ ਦੂਰ ਕੀਤਾ ਸੀ ਔਰ ਹੁਣ ਵੀ ਫੌਜਾਂ ਵਿੱਚ ਮਾਣ ਪਾ ਕੇ ਸਿੱਖ ਕੌਮ ਦਾ ਭੂਸ਼ਣ ਬਣ ਰਹੇ ਹੋ। ਉਹ ਦੇਵੀ ਇਹ ਹੈ। ਨਮੋ ਸ਼੍ਰੀ ਭਗਉਤੀ ਬਡੈਲੀ ਸਿਰੋਹੀ, ਕਰੇ ਏਕ ਤੇ ਦਵੈ, ਸੁਭਟਹਾਸ ਸੋਹੀ। ਭਗਉਤੀ ਸਤੋਤਰ ਸਤਰ 1-2। ਜੋ ਮਾਇਨ ਤੇ ਵੀਰ ਤੋ ਕੋ ਸੜਕੈ, ਪ੍ਰਲਯ ਕਾਲ ਕੇ ਸਿੰਧ ਬੱਕੈ ਕੜਕੈ, ਧਸੈ ਖੇਤ ਮੈਂ ਹਾਥ ਲੈ ਤੋ ਸੂਰੇ, ਭਿਰੈ ਸਮੂਹੇ ਸਿੱਧ ਸਾਵੰਤ ਸੂਰੇ। ਭਗਉਤੀ ਸਤੋਤਰ ਸਤਰ 21-24। ਮੇਰੇ ਪਿਆਰੇ ਭਾਈਓ, ਇਹਨਾਂ ਪਵਿੱਤਰ ਦੇਵੀਆਂ ਤੋਂ ਵਿਮੁਖ ਹੋ ਕੇ ਜਿਤਨਾ ਧਨ ਆਪ ਨੇ ਅੱਜ ਤੋੜੀ ਲਹੂ ਪੀਣੀਆਂ ਕਲਪਿਤ ਦੇਵਤਿਆਂ ਨੂੰ ਅਰਪਿਆ ਹੈ, ਜੇ ਕਿਤੇ ਉਤਨਾ ਆਪਣੀਆਂ ਸਪੁੱਤਰੀਆਂ ਦੇ ਸੁਧਾਰ ਵਾਸਤੇ ਖਰਚ ਕਰਦੇ ਤਾਂ ਅੱਜ ਘਰ ਘਰ ਦੇਵੀਆਂ ਨਜ਼ਰ ਪੈਂਦੀਆਂ ਔਰ ਸਿੱਖ ਕੌਮ ਦਾ ਨਾਮ ਦੇਸ਼ ਦੇਸ਼ਾਂਤਰਾਂ ਵਿੱਚ ਸੂਰਜ ਦੀ ਤਰ੍ਹਾਂ ਪ੍ਰਕਾਸ਼ਿਤ ਹੁੰਦਾ ਅਤੇ ਆਉਣ ਵਾਲੀ ਸੰਤਾਨ ਆਪ ਦੇ ਗੁਣ ਗਾਉਂਦੀ ਔਰ ਕ੍ਰਿਤੱਗ ਔਰ ਕਿਰਤਾਰਥ ਹੁੰਦੀ। ਅਜੇ ਵੀ ਸਮਾਂ ਹੈ, ਜੇ ਆਪ ਆਪਣੀ ਕੌਮ ਤਥਾ ਦੇਸ਼ ਦੀ ਉન્નਤੀ ਚਾਹੁੰਦੇ ਹੋ ਤਦ ਉੱਤਮ ਵਿਦਿਆਲੇ ਖੋਲ ਕੇ ਜਿਨ੍ਹਾਂ ਵਿੱਚ ਕੌਮੀ ਜੀਵਨ ਉਤਪੰਨ ਕੀਤਾ ਜਾਵੇ, ਧਰਮਵਾਨ, ਬਲਵਾਨ ਔਰ ਪ੍ਰਤਾਪਵਾਨ ਦੇਵੀਆਂ ਉਤਪੰਨ ਕਰੋ, ਜਿਸ ਤੋਂ ਆਪ ਦੀ ਦੇਵੀ ਸੰਤਾਨ ਸਤਿਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦੇ ਆਸਰੇ ਘੋਲ ਕਲੀ ਕਾਲ ਨੂੰ ਸਤਯੁਗ ਵਿੱਚ ਪਲਟ ਦੇਵੇ। ਸਿਰਲੇਖ ਮੂਰਤੀ ਪੂਜਾ। ਪਿਆਰੇ ਹਿੰਦੂ ਭਾਈ, ਆਪ ਦੇ ਮਤ ਵਿੱਚ ਮੂਰਤੀ ਪੂਜਾ ਪ੍ਰਧਾਨ ਹੈ, ਪਰ ਸਿੱਖ ਧਰਮ ਵਿੱਚ ਇਸ ਦਾ ਨਿਸ਼ੇਧ ਕੀਤਾ ਗਿਆ ਹੈ। ਹਿੰਦੂ ਮੂਲੇ ਭੂਲੇ ਅਖੁੱਟੀ ਜਾਹੀ, ਨਾਰਦ ਕਹਿਆ ਸੇ ਪੂਜ ਕਰਾਹੀ। ਅੰਧੇ ਗੁੰਗੇ ਅੰਧ ਅੰਧਾਰ, ਪਾਥਰ ਲੈ ਪੂਜੈ ਮੁਗਧ ਗਵਾਰ। ਉਹ ਜਾਂ ਆਪ ਡੁੱਬੇ ਤੁਮ ਕਹਾਂ ਤਰਨਹਾਰ। ਵਾਰ ਬਿਹਾਗੜਾ ਮਹਲਾ ਪਹਿਲਾ ਪੰਨਾ 556। ਕਰ ਮੈਂ ਠਾਕੁਰ ਨਦਰ ਨ ਆਵੈ, ਗਲ ਮੈਂ ਪਾਹਣ ਲੈ ਲਟਕਾਵੈ। ਭਰਮੇ ਭੂਲਾ ਸਾਗਦ ਫਿਰਤਾ, ਨੀਰ ਬਰੂਲੈ ਖਪ ਖਪ ਮਰਤਾ। ਰਹਾਵ। ਜਿਸ ਪਾਹਣ ਕਉ ਠਾਕੁਰ ਕਹਿਤਾ, ਉਹ ਪਾਹਣ ਲੈ ਉਸ ਕਉ ਡੁਬਤਾ। ਗੁਨਾਹਗਾਰ ਲੂਣ ਹਰਾਮੀ, ਪਾਹਣ ਨਾਵ ਨਾ ਪਾਰ ਗਰਾਮੀ। ਗੁਰ ਮਿਲ ਨਾਨਕ ਠਾਕੁਰ ਜਾਤਾ, ਜਲ ਥਲ ਮਹੀਲ ਪੂਰਨ ਵਿਧਾਤਾ। ਸੂਹੀ
ਮਹਲਾ ਪੰਜਵਾਂ, ਪੰਨਾ 739। ਸੋ ਇਸ ਭਾਗ ਲਈ ਇਹਨਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।